ਅਜਿਹਾ ਪਤਾ ਲੱਗਾ ਸੀਗਾ ਵੀ ਪਤਨੀ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਬੜਾ ਵੱਡਾ ਮਨ ਤੇ ਸਦਮਾ ਲੱਗਾ ਹੋਵੇਗਾ ਤੁਹਾਡੇ ਤੇ। ਰੱਬ ਜਾਣਦਾ, ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਰਾਤ ਜਿਹੜੀ ਗੁਜ਼ਾਰੀ ਰਸਤੇ ਦੇ ਵਿੱਚ, ਰਾਤ ਦਾ ਖਾਣਾ ਨਹੀਂ ਖਾਧਾ, ਬੜੀ ਮੁਸ਼ਕਲ ਨਾਲ ਰਸਤੇ 'ਚ ਆ ਕੇ ਇੱਕ ਵਾਰੀ ਚਾਹ ਪੀਤੀ ਹੈ। ਤੇ ਇਹੋ ਹੀ ਕਿ ਸਮਾਜ ਦੇ ਵਿੱਚ ਰਹਿੰਦਿਆਂ ਰਿਸ਼ਤੇਦਾਰ ਭੈਣ ਭਰਾ ਤਾਨੇ ਮਿਹਣੇ ਮਾਰਨਗੇ ਕਿ ਘਰ ਪਤਨੀ ਇੱਦਾਂ ਤੇ ਤੂੰ ਦਿੱਲੀ ਬੈਠਾ। ਪਰ ਮੈਂ ਆਪਣੇ ਘਰ ਨੂੰ ਬਾਅਦ 'ਚ ਪਹਿਲ ਦਿਨਾਂ ਪਹਿਲਾਂ ਮੈਂ ਪੰਜਾਬ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ, ਜਿਸ ਕਰਕੇ ਮੈਂ ਉੱਥੇ ਬੈਠਾ ਸੀ। ਅਸੀਂ ਤਾਂ ਪਾਪਾ ਨੂੰ ਪਹਿਲਾਂ ਕਿਹਾ ਸੀ ਕਿ ਨਾ ਜਾਓ, ਬਾਅਦ 'ਚ ਸਾਨੂੰ ਪਾਪਾ ਨੇ ਸਮਝਾਇਆ ਕਿ ਮੇਰਾ ਉੱਥੇ ਜਾਣਾ ਜ਼ਰੂਰੀ ਹੈ। ਤੇ ਹੁਣ ਅਸੀਂ ਕਿਹਾ ਕਿ ਤੁਸੀਂ ਜਾਓ ਤੇ ਆਪਣੀ ਜਿੱਤ ਹਾਸਲ ਕਰਕੇ ਉੱਥੋਂ ਫੇਰ ਆਓ ਵਾਪਸ। ਉਸ ਤੋਂ ਬਾਅਦ ਨੀਂਦਰੇ ਰਹਿਣਾ ਜਾਂ ਪਾਣੀ ਦੀਆਂ ਬਸਾੜਾਂ ਜਿਹੜੀਆਂ ਸਾਡੇ ਵੱਜੀਆਂ, ਉਹਦੇ ਨਾਲ ਮੇਰੇ 15 ਦਿਨ ਸਿਰ 'ਚ ਦਰਦ ਹੁੰਦੀ ਰਹੀ। ਅਥਰੂ ਗੈਸ ਦੇ ਗੋਲੇ ਜਿਹੜੇ ਚੜੇ ਹੋਏ ਸਨ, ਔਰ ਮੇਰਾ ਟ੍ਰੀਟਮੈਂਟ ਜਿਹੜਾ ਉਹ ਚੌਹਾਨ ਹਸਪੀਟਲ ਤੋਂ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਜਿਹੜਾ ਸਾਡੇ ਦਿਲ ਤੇ ਬੀਤੀ ਉਹ ਤੇ ਰੱਬ ਹੀ ਜਾਣਦਾ ਜੀ। ਅਸੀਂ ਕੰਮਕਾਰ ਆਪ ਖੁਦ ਕਰ ਰਹੇ ਹਾਂ। ਪਾਪਾ ਨੂੰ ਉਸ ਟਾਈਮ ਬਹੁਤ ਔਖਾ ਹੋਇਆ ਸੀ। ਪਾਪਾ ਦਾ ਟ੍ਰੀਟਮੈਂਟ ਚੱਲਿਆ ਕਾਫੀ ਦਿਨ ਇੱਥੇ ਚੌਹਾਨ ਹਸਪੀਟਲ। ਮੋਦੀ ਜੁੰਡਲੀ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ। ਕੇਂਦਰ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਸ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ ਸੰਘਰਸ਼ ਉਲੀਕਿਆ ਹੋਇਆ ਹੈ। ਹੁਣ ਤੱਕ ਇਸ ਸੰਘਰਸ਼ ਦੇ ਦੌਰਾਨ 50 ਤੋਂ ਵੱਧ ਕਿਸਾਨ ਆਪਣੀ ਸ਼ਹਾਦਤ ਦੇ ਚੁੱਕੇ ਨੇ ਤੇ ਕਈ ਕਿਸਾਨ ਐਸੇ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਵੀ ਕਿਸੇ ਨਾ ਕਿਸੇ ਦੀ ਸ਼ਹਾਦਤ ਜ਼ਰੂਰ ਹੋਈ ਹੈ। ਅਜਿਹਾ ਹੀ ਇੱਕ ਪਰਿਵਾਰ ਸਾਡੇ ਨਾਲ ਆ। ਕਿਸਾਨ ਆਗੂ ਨੇ ਹਰਦੇਵ ਸਿੰਘ ਚਿੱਟੀ, ਜੋ ਕਿ ਦੁਰੰਗਲਾ ਬਲਾਕ ਦੇ ਰਹਿਣ ਵਾਲੇ ਨੇ। ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹਨਾਂ ਦੀ ਮੌਤ ਹੋ ਚੁੱਕੀ ਸੀ, ਲੇਕਿਨ ਉਸ ਦੇ ਬਾਵਜੂਦ ਵੀ ਇਹ ਸੰਘਰਸ਼ ਦੇ ਵਿੱਚ ਡਟੇ ਰਹੇ ਨੇ। ਅੱਜ ਵੀ ਵੱਡੇ ਪੱਧਰ ਤੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੇ ਨੇ। ਪਰਿਵਾਰ ਮੇਰੇ ਨਾਲ ਹੈ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਸੰਘਰਸ਼ ਦੇ ਦੌਰਾਨ ਕਿਸ ਤਰ੍ਹਾਂ ਉਹਨਾਂ ਦੀ ਧਰਮ ਪਤਨੀ ਦੀ ਮੌਤ ਹੋਈ ਤੇ ਲੇਕਿਨ ਇਹ ਜ਼ਿੰਮੇਵਾਰੀ ਕਾਫੀ ਵੱਡੀ ਸੀ, ਲੇਕਿਨ ਫਿਰ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਵਾ। ਸ਼ਾਮਲ ਹੋਣ ਲਈ ਅੱਜ ਫਿਰ ਜਾ ਰਹੇ ਹੋ। ਇਹ ਦੱਸ ਦਿਓ ਚਿੱਟੀ ਜੀ, ਕਦੋਂ ਤੁਹਾਡੀ ਪਤਨੀ ਦੀ ਸ਼ਹਾਦਤ ਹੋਈ ਸੀ ਤੇ ਕਿਸ ਤਰ੍ਹਾਂ ਪਤਾ ਲੱਗਿਆ ਸੀ? ਉਦੋਂ ਤੁਸੀਂ ਕਿੱਥੇ ਸੀਗੇ? ਮੈਂ ਜੀ ਹਰਦੇਵ ਸਿੰਘ ਚਿੱਟੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਜ਼ਿਲ੍ਹੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਜੀ ਦੇ ਸਵਾਲ ਦਾ ਜਵਾਬ ਦਿੰਦਾ ਕਿ ਮੈਂ 25 ਤਰੀਕ ਨੂੰ ਪਿਛਲੇ ਮਹੀਨੇ ਜਦੋਂ ਗਿਆ ਦਿੱਲੀ, ਔਰ 26 ਤਰੀਕ ਨੂੰ ਸੰਭੂ ਬੈਰੀਅਲ ਤੋੜ ਕੇ ਕ੍ਰਾਸ ਕਰਕੇ ਤੇ ਆਪਾਂ 27 ਤਰੀਕ ਨੂੰ ਦਿੱਲੀ ਬਾਰਡਰ ਤੇ ਪਹੁੰਚ ਗਏ ਹਾਂ। ਦਿੱਲੀ ਬਾਰਡਰ ਤੇ ਪਹੁੰਚਦਿਆਂ ਹੀ ਸਾਰੀ ਦਿਹਾੜੀ ਅਸੀਂ ਉੱਥੇ ਆਪਣੀ ਜਦੋਜਹਿਦ ਚਾਲੂ ਰੱਖੀ। ਜਿਸ ਤੋਂ ਬਾਅਦ ਸ਼ਾਮੀ ਤਕਰੀਬਨ 8 ਵਜੇ ਦੇ ਕਰੀਬ ਮੈਨੂੰ ਘਰ ਤੋਂ ਫੋਨ ਗਿਆ ਮੇਰੀ ਬੇਟੀ ਦਾ ਕਿ ਪਾਪਾ ਮੰਮਾ ਦੀ ਮੌਤ ਹੋ ਗਈ ਹੈ। ਤੇ ਮੈਂ ਉਸੇ ਟਾਈਮ ਹੀ ਆਪਣੇ ਸਾਥੀਆਂ ਨਾਲ ਗੱਲ ਕੀਤੀ। ਆਪਣੀਆਂ 10 ਗੱਡੀਆਂ ਉੱਥੇ ਰਹਿੰਦੀਆਂ ਔਰ 3 ਗੱਡੀਆਂ ਲੈ ਕੇ ਬੜੇ ਜਦੋਜਹਿਦ ਦੇ ਨਾਲ, ਉੱਥੇ ਜਾਮ ਬਹੁਤ ਵੱਡਾ ਸੀ। ਤਕਰੀਬਨ ਮਤਲਬ ਘਰ ਪਹੁੰਚਦਿਆਂ ਇਹੋ ਹੀ ਕਿ ਸਮਾਜ ਦੇ ਵਿੱਚ ਰਹਿੰਦਿਆਂ ਰਿਸ਼ਤੇਦਾਰ ਭੈਣ ਭਰਾ ਤਾਨੇ ਮਿਹਣੇ ਮਾਰਨਗੇ ਕਿ ਘਰ ਪਤਨੀ ਇੱਦਾਂ ਤੇ ਤੂੰ ਦਿੱਲੀ ਬੈਠਾ। ਪਰ ਮੈਂ ਆਪਣੇ ਘਰ ਨੂੰ ਬਾਅਦ 'ਚ ਪਹਿਲ ਦਿਨਾਂ ਪਹਿਲਾਂ ਮੈਂ ਪੰਜਾਬ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ, ਜਿਸ ਕਰਕੇ ਮੈਂ ਉੱਥੇ ਬੈਠਾ ਸੀ। ਜਦੋਂ ਮੈਂ ਸਵੇਰੇ ਘਰੇ ਆਇਆ ਤੇ ਮੇਰਾ ਸਾਰਾ ਪਰਿਵਾਰ ਰਾਤ ਘਰੇ ਬੈਠਾ ਹੋਇਆ ਸੀ। ਇਹਨਾਂ ਨਾਲ ਆ ਕੇ ਵੀ ਜੋ ਦੁੱਖ ਦੀਆਂ, ਜੋ ਬੇਟੀ ਨੇ ਮੇਰੇ ਨਾਲ ਬਹਿ ਕੇ ਰੋਣਾ ਕੀਤਾ ਕਿ ਇਸ ਤਰ੍ਹਾਂ ਮੰਮਾ ਦੀ ਇਸ ਤਰ੍ਹਾਂ ਸ਼ਾਮ ਨੂੰ ਮੌਤ ਹੋਈ ਹੈ। ਚਲੋ ਆਪਣੇ ਜੋ ਵੀ ਰੀਤੀ ਰਿਵਾਜਾਂ ਮੁਤਾਬਕ 28 ਤਰੀਕ ਨੂੰ ਆਪਾਂ ਸੰਸਕਾਰ ਕਰਕੇ ਤੇ ਘਰੇ ਚੱਲਦਾ ਰਿਹਾ ਇੱਦਾਂ। ਉਸ ਤੋਂ ਬਾਅਦ ਸਾਡੇ ਪੰਜਾਬ ਪ੍ਰਧਾਨ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਨੇ ਕਿਹਾ ਕਿ ਹਰਦੇਵ ਸਿੰਘ ਤੂੰ ਆਪਣੇ ਘਰ ਦਾ ਕੰਮਕਾਜ ਸਾਂਭ। ਉਸ ਤੋਂ ਬਾਅਦ ਜਦੋਂ ਦੁਬਾਰਾ ਮੈਂ ਉਹਨਾਂ ਨਾਲ ਕਾਲ ਕੀਤੀ ਤੇ ਕਹਿੰਦੇ ਕਿ ਤੇਰੇ ਘਰ ਲੋਕਾਂ ਦਾ ਆਉਣਾ ਜਾਣਾ ਬਣਿਆ ਹੋਇਆ, ਤੂੰ ਘਰੇ ਰਹਿ ਔਰ ਲਾਗੇ ਟੋਲ ਪਲਾਜ਼ਾ ਸਾਂਭ ਕੇ ਰੱਖ ਪਠਾਨਕੋਟ ਵਾਲਾ, ਜਿੱਥੇ ਸਾਡਾ ਸ਼ੁਰੂ ਤੋਂ ਲੈ ਕੇ ਉੱਥੇ ਚੱਲਦਾ ਰਿਹਾ ਸੰਘਰਸ਼। ਇਸੇ ਤਰ੍ਹਾਂ ਹੀ 2-3 ਦਿਨ ਤੋਂ ਇਹੀ ਗੱਲ ਚੱਲ ਰਹੀ ਸੀ ਦਿੱਲੀ ਜਾਣਾ ਹੈ ਤੇ ਮੇਰੀ ਬੇਟੀ ਕਹਿ ਰਹੀ ਸੀ ਕਿ ਪਾਪਾ ਆਪਾਂ ਇਕੱਲੇ ਹਾਂ ਘਰ। ਫਿਰ ਮੈਂ ਆਪਣੀ ਬੇਟੀ ਨੂੰ ਇਹ ਕਿਹਾ ਕਿ ਬੇਟੀ ਇਹ ਘਰ ਦੇ ਵਿੱਚ ਇਕੱਲਿਆਂ ਦਾ ਰਹਿਣਾ ਕੋਈ ਗੱਲ ਨਹੀਂ, ਪਿੰਡ ਦੇ ਲੋਕ ਸਾਰੇ ਇੱਥੇ ਵੱਸਦੇ ਨੇ ਔਰ ਮੇਰੇ ਮਾਤਾ ਜੀ ਬਜ਼ੁਰਗ ਨੇ ਜਿਹੜੇ ਇਹਨਾਂ ਦੇ ਨਾਲ ਖੜੇ ਨੇ। ਔਰ ਇਹਨਾਂ ਨੇ ਸਾਰਿਆਂ ਨੂੰ ਹੀ ਜਿਹੜੇ ਮੈਂ ਦੱਸਿਆ ਕਿ ਆਪਣੇ ਘਰ ਨੂੰ ਬਾਅਦ 'ਚ ਪਹਿਲ ਦਈਏ, ਪਹਿਲਾਂ ਪੰਜਾਬ ਦੇ ਸੰਘਰਸ਼ ਵਾਸਤੇ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਲੜ ਰਹੀਆਂ ਉਹਨਾਂ ਦੇ ਵਿੱਚ ਸਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਅੱਜ ਮੈਂ ਆਪਣੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੀਆਂ
ਤਕਰੀਬਨ 16-17 ਗੱਡੀਆਂ ਤਿਆਰ ਕੀਤੀਆਂ, ਜਿਸ 'ਚੋਂ 6 ਗੱਡੀਆਂ ਟਾਂਡੇ ਪਿੰਡ ਤੋਂ ਮੇਰੇ ਨਾਲ ਚੱਲਣਗੀਆਂ, ਬਾਕੀ ਸਾਨੂੰ ਮਕੇਰੀਆਂ ਮਿਲਣਗੀਆਂ। ਆਪਾਂ ਇਸ ਕਰਕੇ ਦਿੱਲੀ ਜਾ ਰਹੇ ਹਾਂ ਕਿ ਜਿਹੜੇ ਦਿੱਲੀ ਸਾਡੇ ਤੋਂ ਪਹਿਲਾਂ ਸਾਡੇ ਕਿਸਾਨ ਗਏ ਹੋਏ ਨੇ ਉਹਨਾਂ ਨੂੰ ਘਰ ਪਹੁੰਚਾਉਣਾ ਵੀ ਜ਼ਰੂਰੀ ਹੈ। ਔਰ ਅਸੀਂ 2 ਟੀਮਾਂ 'ਚ ਜਾ ਰਹੇ ਹਾਂ। ਇਹ ਜਿਹੜੀ ਟੀਮ ਅੱਜ ਜਾ ਰਹੀ ਹੈ ਇਹ 1 ਹਫ਼ਤੇ ਲਈ ਜਾ ਰਹੀ ਹੈ ਔਰ 1 ਹਫ਼ਤੇ ਬਾਅਦ ਦੂਸਰੀ ਜਾਊਗੀ। ਮਤਲਬ ਹਫ਼ਤਾ ਰਹਿ ਕੇ ਘਰ ਵੀ ਲੋਕ ਆਉਣਗੇ, ਘਰਾਂ ਦੇ ਕੰਮ ਨੇ, ਕਿਉਂਕਿ ਅਸੀਂ ਬਾਰਡਰ 'ਤੇ ਰਹਿੰਦੇ ਹਾਂ। ਇੱਥੇ ਸਾਡਾ ਗੰਨੇ ਦਾ ਹੀ ਕੰਮ ਜ਼ਿਆਦਾ ਆ ਅਤੇ ਗੰਨੇ ਦਾ ਸੀਜ਼ਨ ਚੱਲ ਰਿਹਾ। ਅਸੀਂ ਟੀਮਾਂ ਬਣਾਤੀਆਂ ਨੇ 7-7 ਦਿਨ ਦੀਆਂ। 7 ਦਿਨ ਕੰਮ ਰੋਕ ਕੇ ਉੱਥੇ ਚਲੇ ਜਾਵਾਂਗੇ, ਫਿਰ ਆਪਾਂ ਘਰ ਦਾ ਕੰਮ ਸਾਂਭਾਂਗੇ ਆ ਕੇ। ਪਤਨੀ ਦਾ ਬੜਾ ਵੱਡਾ ਯੋਗਦਾਨ ਹੁੰਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ, ਤੇ ਜਦੋਂ ਇਹ ਅਜਿਹਾ ਪਤਾ ਲੱਗਾ ਸੀਗਾ ਵੀ ਪਤਨੀ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ ਬੜਾ ਵੱਡਾ ਮਨ ਤੇ ਸਦਮਾ ਲੱਗਾ ਹੋਏਗਾ ਤੁਹਾਡੇ ਤੇ ਕਿਸ ਤਰ੍ਹਾਂ ਸੰਭਾਲਿਆ ਆਪਣੇ ਆਪ ਨੂੰ? ਕੀ ਮਨ ਦੇ ਵਿੱਚ ਜਜ਼ਬਾ ਆਇਆ ਸੀਗਾ? ਇਹ ਤਾਂ ਜੀ ਮੈਂ ਦੱਸਦਾ ਵੀ ਜਦੋਂ ਰਾਤ ਨੂੰ ਮੈਨੂੰ 8 ਵਜੇ ਉੱਥੇ ਪਤਾ ਲੱਗਾ, ਜਾਂ ਮੇਰੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਮੈਂਬਰ ਜਿਹੜੇ ਨਾ ਮੇਰੇ ਰਾਤ ਕਾਰਾਂ 'ਚ ਬਹਿ ਕੇ 3 ਗੱਡੀਆਂ ਲੈ ਕੇ ਆਏ ਆ, ਉਹ ਜਾਣਦੇ ਆ ਜਾਂ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ। ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਰਾਤ ਜਿਹੜੀ ਗੁਜ਼ਾਰੀ ਰਸਤੇ ਦੇ ਵਿੱਚ, ਰਾਤ ਦਾ ਖਾਣਾ ਨਹੀਂ ਖਾਧਾ, ਬੜੀ ਮੁਸ਼ਕਲ ਨਾਲ ਰਸਤੇ 'ਚ ਆ ਕੇ 1 ਵਾਰੀ ਚਾਹ ਪੀਤੀ ਹੈ ਵੀ ਉਹ ਵੀ ਸਾਡੇ ਡਰਾਈਵਰ ਨੂੰ ਨੀਂਦ ਆ ਰਹੀ ਸੀ। ਉਸ ਤੋਂ ਬਾਅਦ ਨੀਂਦਰੇ ਰਹਿਣਾ ਜਾਂ ਪਾਣੀ ਦੀਆਂ ਬਸਾੜਾਂ ਜਿਹੜੀਆਂ ਸਾਡੇ ਵੱਜੀਆਂ, ਉਹਦੇ ਨਾਲ ਮੇਰੇ 15 ਦਿਨ ਸਿਰ 'ਚ ਦਰਦ ਹੁੰਦੀ ਰਹੀ। ਅਥਰੂ ਗੈਸ ਦੇ ਗੋਲੇ ਜਿਹੜੇ ਚੜ੍ਹੇ ਹੋਏ ਸਨ, ਔਰ ਮੇਰਾ ਟ੍ਰੀਟਮੈਂਟ ਜਿਹੜਾ ਉਹ ਚੌਹਾਨ ਹਸਪੀਟਲ ਤੋਂ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਜਿਹੜਾ ਸਾਡੇ ਦਿਲ ਤੇ ਬੀਤੀ ਉਹ ਤੇ ਰੱਬ ਹੀ ਜਾਣਦਾ ਜੀ। ਪਤਨੀ ਦੀ ਸ਼ਹਾਦਤ ਤੋਂ ਬਾਅਦ ਸੰਘਰਸ਼ ਨੂੰ ਕਿਸ ਤਰ੍ਹਾਂ ਵੇਖਦੇ ਹੋ? ਸੰਘਰਸ਼ ਇੰਨਾ ਜ਼ਰੂਰੀ ਕਿਉਂ ਸੀਗਾ? ਦੇਖੋ ਜੀ, ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ, ਮੈਂ ਇੱਕ ਗੱਲ ਇਹਦੇ ਵਿੱਚ ਜ਼ਰੂਰ ਆਪਦੇ ਚੈਨਲ ਰਾਹੀਂ ਦੱਸਾਂਗਾ। ਜਿਹੜੀਆਂ ਥੱਲੋਂ ਮੀਡੀਆ ਦੀ ਰਿਪੋਰਟਾਂ ਜਾਂਦੀਆਂ ਨੇ ਵੀ ਇਹ ਕਾਂਗਰਸੀ ਬੈਠੇ ਨੇ, ਇਹ ਦਲਾਲ ਬੈਠੇ ਨੇ, ਮੈਂ ਮੋਦੀ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ 2006 ਤੋਂ ਲੈ ਕੇ ਬੀਜੇਪੀ ਦਾ ਵਰਕਰ ਰਿਹਾ ਔਰ 2020 ਤੱਕ ਵੀ ਵਰਕਰ ਸੀ। ਪਰ ਜਦੋਂ ਕਾਲੇ ਕਾਨੂੰਨ ਆਏ ਤੇ ਮੈਂ ਉਹਨਾਂ ਦੇ ਵਿੱਚ ਬੀਜੇਪੀ ਛੱਡ ਕੇ ਤੇ ਮੈਂ ਕਿਸਾਨੀ ਸੰਘਰਸ਼ 'ਚ ਰੁੱਝ ਗਿਆ। ਪਹਿਲਾਂ ਪੇਟ ਤੇ ਫਿਰ ਪਾਰਟੀ ਹੈ। ਔਰ ਜਿਹੜਾ ਮੋਦੀ ਕਹਿੰਦਾ ਇਹ ਦਲਾਲ ਬੈਠੇ ਨੇ, ਬਿਲਕੁਲ ਨਹੀਂ। ਮੈਂ ਬੀਜੇਪੀ ਦਾ ਇੱਕ ਵਰਕਰ ਸੀ। ਮੇਰੇ ਹਲਕੇ ਦੇ ਜਿਹੜੇ MLA ਰਹਿ ਚੁੱਕੇ ਨੇ, ਸੀਤਾਰਾਮ ਜੀ, ਉਹਨਾਂ ਨੂੰ ਪੁੱਛ ਲੈਣ, ਜਿਹੜੇ ਧੁੱਪੜ ਜੀ ਰਹੇ ਨੇ ਉਹਨਾਂ ਨੂੰ ਪੁੱਛ ਲੈਣ, ਉਹ ਜ਼ਿਲ੍ਹੇ ਦੇ ਪ੍ਰਧਾਨ ਨੂੰ ਪੁੱਛ ਲੈਣ। ਮੈਂ ਅੱਜ ਤੋਂ ਬਾਅਦ ਬੀਜੇਪੀ ਨੂੰ ਕਦੇ ਵੀ ਬਿਲੋਂਗ ਨਹੀਂ ਕਰਾਂਗਾ। ਮੈਂ ਬੀਜੇਪੀ ਦਾ ਆਪਣੇ ਪਿੰਡ 'ਚ, ਆਪਣੇ ਇਲਾਕੇ ਦੇ ਵਿੱਚ ਕਿਸੇ ਨੂੰ ਬਸਤਾ ਨਹੀਂ ਫੜਨ ਦਿਆਂਗਾ ਜੇਕਰ ਇਹਨਾਂ ਨੇ ਕਾਲੇ ਕਾਨੂੰਨ ਵਾਪਸ ਨਾ ਲਏ। ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂ ਇੰਨਾ ਜ਼ਰੂਰੀ ਹੈ ਤੇ ਕੀ ਅਗਲੀ ਰਣਨੀਤੀ ਰਹੇਗੀ ਦੀ? ਦੇਖੋ ਜੀ, ਕਿਸਾਨੀ ਸੰਘਰਸ਼ ਇਸ ਕਰਕੇ ਜ਼ਰੂਰੀ ਹੈ ਕਿ ਜੇਕਰ ਕਿਸਾਨਾਂ ਦੀ ਇਸ ਦੇ ਵਿੱਚ ਜਿੱਤ ਹੁੰਦੀ ਹੈ ਤੇ ਉਹ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਦੇ ਪੰਜਾਬ ਪ੍ਰਧਾਨ ਨੇ, ਜਿਹੜੇ 31 ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਸਿਹਰਾ ਤਾਂ ਉਹਨਾਂ ਨੂੰ ਜਾਊਗਾ, ਪਰ ਸਾਡਾ ਉੱਥੇ ਪਹੁੰਚਣਾ ਜ਼ਰੂਰੀ ਹੈ। ਕਿਉਂਕਿ ਜੇ ਕਾਲੇ ਕਾਨੂੰਨ ਜਿਹੜੇ ਮੋਦੀ ਲੈ ਕੇ ਆਇਆ, ਜੇ ਉਹ ਪਾਸ ਰਹਿੰਦੇ ਨੇ ਇੱਦਾਂ ਹੀ, ਤੇ ਫਿਰ ਤਾਂ ਸਾਡੀ ਕਾਲੇ ਕਾਨੂੰਨ ਨਾ ਕਹੀਏ, ਉਹਨਾਂ ਨੂੰ ਮੌਤ ਦੇ ਵਾਰੰਟ ਕਹੀਏ ਕਿਸਾਨਾਂ ਦੇ। ਇਸ ਕਰਕੇ ਕਿਸਾਨੀ ਸੰਘਰਸ਼ ਸਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਪਹਿਲ ਦਿੰਦਿਆਂ ਹੋਇਆ ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਜਾ ਰਿਹਾ। ਘਰ ਨੂੰ ਮੈਂ ਪਹਿਲ ਬਾਅਦ 'ਚ ਦਿਆਂਗਾ, ਪਹਿਲਾਂ ਪੰਜਾਬ ਨੂੰ ਪਹਿਲ ਦਿਆਂਗਾ ਜੀ। ਮੇਰੇ ਨਾਲੋਂ ਛੋਟੀ ਬੇਟੀ ਵੀ ਹੈਗੀ ਆ, ਜਿਸ ਦੀ ਮਾਂ ਦਾ ਸਾਇਆ ਜਿਹੜਾ ਉਹਦੇ ਸਿਰ ਤੋਂ ਉੱਠ ਚੁੱਕਿਆ ਵਾ, ਲੇਕਿਨ ਫਿਰ ਵੀ ਆਪਣੇ ਪਿਤਾ ਦੇ ਨਾਲ ਡਟੀ ਹੋਈ ਹੈ ਤੇ ਕਹਿ ਰਹੀ ਹੈ ਕਿ ਸੰਘਰਸ਼ ਦੇ ਵਿੱਚ ਜਾਣਾ ਜ਼ਰੂਰੀ ਹੈ। ਬੇਟੀ, ਦੱਸ ਦਿਓ, ਜਦੋਂ ਮੰਮਾ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਪਾਪਾ ਫਿਰ ਚੱਲੇ ਨੇ, ਕੀ ਮਨ ਦੇ ਵਿੱਚ ਹੈਗਾ? ਅਸੀਂ ਤਾਂ ਪਾਪਾ ਨੂੰ ਪਹਿਲਾਂ ਕਿਹਾ ਸੀ ਕਿ ਨਾ ਜਾਓ, ਬਾਅਦ 'ਚ ਸਾਨੂੰ ਪਾਪਾ ਨੇ ਸਮਝਾਇਆ ਕਿ ਮੇਰਾ ਉੱਥੇ ਜਾਣਾ ਜ਼ਰੂਰੀ ਹੈ, ਤੇ ਹੁਣ ਅਸੀਂ ਕਿਹਾ ਕਿ ਤੁਸੀਂ ਜਾਓ ਤੇ ਆਪਣੀ ਜਿੱਤ ਹਾਸਲ ਕਰਕੇ ਉੱਥੋਂ ਫੇਰ ਆਓ ਵਾਪਸ। ਮੰਮਾ ਦੀ ਮੌਤ ਹੋਈ ਸੀ ਤੇ ਕਿਸ ਤਰ੍ਹਾਂ ਮਨ ਨੂੰ ਸਦਮਾ ਲੱਗਾ ਸੀ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਪਾਪਾ ਨੇ ਸੰਭਾਲਿਆ ਸੀਗਾ? ਪਾਪਾ ਨੇ ਕਿਸ ਤਰ੍ਹਾਂ ਸੰਭਾਲਿਆ ਸੀ ਤੇ ਕਿਸ ਤਰ੍ਹਾਂ ਘਰ ਦੇ ਜਿਹੜੇ ਕੰਮਕਾਰ ਹੈ ਕਿਸ ਤਰ੍ਹਾਂ ਕਰ ਰਹੇ ਤੁਸੀਂ? ਅਸੀਂ ਕੰਮਕਾਰ ਆਪ ਖੁਦ ਕਰ ਰਹੇ ਹਾਂ। ਪਾਪਾ ਨੂੰ ਉਸ ਟਾਈਮ ਬਹੁਤ ਔਖਾ ਹੋਇਆ ਸੀ। ਪਾਪਾ ਦਾ ਟ੍ਰੀਟਮੈਂਟ ਚੱਲਿਆ ਕਾਫੀ ਦਿਨ ਇੱਥੇ ਚੌਹਾਨ ਹਸਪੀਟਲ, ਠੀਕ ਨਹੀਂ ਸੀ ਰਹੇ। ਸਾਡੇ ਲਈ ਵੀ ਉਹ ਬਹੁਤ ਔਖਾ ਸੀ, ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਠੀਕ ਆ। ਅਸੀਂ ਅੱਜ ਫੇਰ ਆਪਣੇ ਪਾਪਾ ਨੂੰ ਉੱਥੇ ਭੇਜ ਰਹੇ ਹਾਂ। ਤੁਸੀਂ ਵੇਖਿਆ ਕਿ ਇਹ ਉਹ ਕਿਸਾਨ ਬਹਾਦਰ ਪਰਿਵਾਰ ਵਾ ਕਿਸਾਨ ਦਾ, ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨੀ ਸੰਘਰਸ਼ ਦੇ ਵਿੱਚ ਡਟਿਆ ਹੋਇਆ ਵਾ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਿਹੜੀ ਲੜਾਈ ਆ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਆ, ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਆ, ਪੂਰੇ ਦੇਸ਼ ਦੀ ਲੜਾਈ ਆ। ਇਸ ਲਈ ਉਹ ਇਸ ਲੜਾਈ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ ਤਾਂ ਜੋ ਇਹ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ ਅਤੇ ਉਹਨਾਂ ਦੀ ਜਿਹੜੀ ਜਿੱਤ ਵਾ ਉਹ ਜ਼ਰੂਰ ਹੋ ਸਕੇ। ਕੈਮਰਾ ਪਰਸਨ ਨਰੇਸ਼ ਸ਼ਰਮਾ ਦੇ ਨਾਲ ਅਵਤਾਰ ਸਿੰਘ, ਹਮਦਰਦ TV, ਗੁਰਦਾਸਪੁਰ।